ਹੈਲੋ ਬੱਚੋ। ਹਾਂਜੀ 9th ਕਲਾਸ ਦੇ ਬੱਚਿਆਂ ਨੂੰ ਸਭ ਤੋਂ ਪਹਿਲੇ ਬਹੁਤ ਬਹੁਤ ਵਧਾਈ ਕਿ ਤੁਸੀਂ 8th ਕਲਾਸ ਨੂੰ ਪਾਸ ਕਰਕੇ 9th ਕਲਾਸ ਦੇ ਵਿੱਚ ਆ ਗਏ ਹੋ। ਤੇ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਾਂਜੀ ਬੱਚੇ, ਮੈਂ ਜਿਹੜੀ ਪਹਿਲੀ ਵੀਡੀਓ ਬਣਾਈ ਸੀ ਉਸ ਦੇ ਵਿੱਚ ਮੈਂ ਤੁਹਾਨੂੰ ਸਾਰੇ ਸਿਲੇਬਸ ਦੇ ਬਾਰੇ ਦੱਸਿਆ ਸੀ, ਪੂਰੇ ਸਾਲਾਨਾ ਸਿਲੇਬਸ ਦੇ ਬਾਰੇ ਕਿ ਕਿੰਨੀਆਂ ਪੋਇਮ ਹੈ ਤੇ ਕਿਹੜੀ ਚੀਜ਼ ਕਿੰਨੇ ਮਾਰਕਸ ਦੀ ਆਉਣੀ ਹੈ। ਚੰਗੀ ਤਰ੍ਹਾਂ ਕਲੀਅਰ ਕਰਕੇ ਉਸ ਮੈਂ ਵੀਡੀਓ ਨੂੰ ਤਿਆਰ ਕੀਤਾ ਸੀ, ਤੁਸੀਂ ਧਿਆਨ ਨਾਲ ਉਸ ਵੀਡੀਓ ਨੂੰ ਸੁਣਿਆ ਹੋਵੇਗਾ। ਤੇ ਅੱਜ ਜਿਹੜਾ ਮੇਰਾ ਟੌਪਿਕ ਹੈ, ਜਿਹੜਾ ਮੈਂ ਸਭ ਤੋਂ ਪਹਿਲਾ ਟੌਪਿਕ ਕਰਵਾਉਣ ਜਾ ਰਹੀ ਹਾਂ, ਉਹ ਸਾਹਿਤਕ ਕਿਰਨਾਂ ਦਾ ਪਾਠ ਪਹਿਲਾ, ਫਰੀਦਾ ਜੇ ਤੂੰ ਅਕਲ ਲਤੀਫ। ਫਰੀਦਾ ਜੇ ਤੂੰ ਅਕਲ ਲਤੀਫ ਇਹ ਬਾਬਾ ਸ਼ੇਖ ਫਰੀਦ ਜੀ ਦੀ ਲਿਖੀ ਹੋਈ ਹੈ। ਇਹ ਸੂਫੀ ਕਵੀ ਸਨ। ਬਾਬਾ ਸ਼ੇਖ ਫਰੀਦ ਜੀ ਸੂਫੀ ਕਵੀ ਸਨ। ਫਰੀਦਾ ਜੇ ਤੂੰ ਅਕਲ ਲਤੀਫ ਦਾ ਅਸੀਂ ਪੋਇਮ ਪੜ੍ਹਾਂਗੇ, ਉਹਦੇ ਦੋਹੇ ਪੜ੍ਹਾਂਗੇ ਤੇ ਨਾਲ ਉਸ ਨੂੰ ਐਕਸਪਲੇਨ ਵੀ ਕਰਾਂਗੇ। ਸਭ ਤੋਂ ਪਹਿਲਾ ਜਿਹੜਾ ਦੋਹਾ ਦਿੱਤਾ ਗਿਆ ਹੈ ਉਹ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖੇ ਨਾ ਲੇਖ, ਆਪਨੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ। ਜਦੋਂ ਅਸੀਂ ਇਸ ਦੀ ਵਿਆਖਿਆ ਕਰਦੇ ਹਾਂ, ਪ੍ਰਸੰਗ ਸਹਿਤ ਵਿਆਖਿਆ ਕਰਨੀ ਪੈਂਦੀ ਹੈ। ਪ੍ਰਸੰਗ ਦਾ ਮਤਲਬ ਹੁੰਦਾ ਹੈ ਕਿ ਸਾਨੂੰ ਸਭ ਤੋਂ ਪਹਿਲੇ ਇਹ ਦੱਸਣਾ ਪੈਂਦਾ ਹੈ ਕਿ ਇਹ ਕਿਸ ਕਵੀ ਦੁਆਰਾ ਲਿਖੀਆਂ ਗਈਆਂ ਹਨ, ਇਹ ਲਾਈਨਾਂ ਕਿਹੜੀ ਬੁੱਕ 'ਚੋਂ ਲਈਆਂ ਗਈਆਂ ਹਨ ਤੇ ਉਸਨੇ ਇਸ ਦੇ ਵਿੱਚ ਕੀ ਉਪਦੇਸ਼ ਦਿੱਤਾ ਹੈ। ਤੇ ਪ੍ਰਸੰਗ ਦੇ ਵਿੱਚ ਮੈਂ ਤੁਹਾਨੂੰ ਸਭ ਤੋਂ ਪਹਿਲੇ ਦੱਸਾਂਗੀ ਕਿ ਇਹ ਸ਼ਲੋਕ ਬਾਬਾ ਫਰੀਦ ਜੀ ਦੁਆਰਾ ਲਿਖਿਆ ਹੋਇਆ ਹੈ, ਜਾਂ ਇਹ ਲਾਈਨਾਂ ਬਾਬਾ ਫਰੀਦ ਜੀ ਦੁਆਰਾ ਲਿਖੀਆਂ ਹੋਈਆਂ ਹਨ, ਜੋ ਕਿ ਸਾਹਿਤਕ ਕਿਰਨਾਂ ਪਾਰਟ 1 ਪਾਠ ਪੁਸਤਕ ਵਿੱਚੋਂ ਲਈਆਂ ਗਈਆਂ ਹਨ ਜਾਂ ਵਿੱਚ ਦਰਜ ਹਨ। ਇਸ ਵਿੱਚ ਫਰੀਦ ਜੀ ਨੇ ਸੂਝਵਾਨ ਮਨੁੱਖ ਨੂੰ ਇਹ ਉਪਦੇਸ਼ ਦਿੱਤਾ ਹੈ ਕਿ ਉਹ ਆਪਣੇ ਗਿਆਨ ਦੀ ਸਹੀ ਵਰਤੋਂ ਕਰੇ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖੇ ਨਾ ਲੇਖ, ਕਿ ਜੇ ਤੈਨੂੰ ਰੱਬ ਨੇ ਅਕਲ ਦਿੱਤੀ ਹੈ, ਜੇ ਤੈਨੂੰ ਰੱਬ ਨੇ ਗਿਆਨ ਦਿੱਤਾ ਹੈ ਤਾਂ ਉਸ ਦਾ ਤੂੰ ਸਹੀ ਉਪਯੋਗ ਕਰ। ਖਾਲੀ ਹੰਕਾਰ ਦੇ ਵਿੱਚ ਆ ਕੇ ਦੂਜਿਆਂ ਦੀ ਨਿੰਦਾ ਨਾ ਕਰ, ਬਲਕਿ ਆਪਣੇ ਅੰਦਰੂਨੀ ਗੁਨਾਹ ਔਗੁਣਾਂ ਦਾ ਵੱਲੇ ਵੀ ਇੱਕ ਝਾਤੀ ਮਾਰ। ਇਹ ਨਹੀਂ ਕਿ ਸਾਹਮਣੇ ਦੇ ਦੇਖ ਕੇ ਬਸ ਔਗਣ ਦੇਖਦੇ ਰਹੋ, ਨਹੀਂ, ਆਪਣੇ ਔਗਣ ਵੀ ਦੇਖੋ ਕਿ ਮੇਰੇ ਵਿੱਚ ਕਿੰਨੇ ਔਗਣ ਹਨ। ਆਪਨੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ। ਆਪਨੜੇ ਗਿਰੀਵਾਨ ਦਾ ਮਤਲਬ ਆਪਦੇ ਅੰਦਰ ਝਾਕ ਕੇ ਵੇਖੋ। ਸਿਰ ਨੀਵਾ ਕਰ ਦੇਖ, ਸਿਰ ਨੂੰ ਝੁਕਾ ਕੇ ਆਪਣੇ ਅੰਦਰ ਦੇਖੋ ਕਿ ਤੁਹਾਡੇ ਅੰਦਰ ਕਿੰਨੇ ਔਗਣ ਜਾਂ ਗੁਣ ਭਰੇ ਹੋਏ ਹਨ। ਜਦੋਂ ਅਸੀਂ ਇਸ ਦੇ ਪ੍ਰਸੰਗ ਕਰ ਲਿਆ, ਫਿਰ ਇਹਦੀ ਵਿਆਖਿਆ ਕਰਨੀ ਬਹੁਤ ਆਸਾਨ ਹੈ, ਕਿਉਂਕਿ ਅਸੀਂ ਜਿਹੜੀ ਲਾਈਨਸ ਦਾ ਅਰਥ ਹੈ ਉਹ ਅਸੀਂ ਪ੍ਰਸੰਗ ਦੇ ਵਿੱਚ ਵੀ ਦੱਸ ਦਿੱਤਾ ਹੈ। ਹੁਣ ਅਸੀਂ ਇਹਦੀ ਵਿਆਖਿਆ ਬਾਰੇ ਪੜ੍ਹਾਂਗੇ। ਇਹ ਸ਼ਲੋਕ ਵਿੱਚ ਫਰੀਦ ਜੀ ਸੂਝਵਾਨ ਮਨੁੱਖ ਨੂੰ, ਸੂਝਵਾਨ ਦਾ ਮਤਲਬ ਗਿਆਨ ਦੇ ਭਰੇ ਮਨੁੱਖ ਨੂੰ ਉਪਦੇਸ਼ ਦਿੰਦੇ ਹੋਏ ਸਮਝਾ ਰਹੇ ਹਨ ਕਿ ਜੇ ਤੂੰ ਸੱਚਮੁੱਚ ਹੀ ਬਹੁਤ ਸੂਝ ਵਾਲਾ ਹੈ, ਬਹੁਤ ਹੀ ਬੁੱਧੀਮਾਨ ਹੈ, ਤੂੰ ਕਿਸੇ ਵੀ ਕਿਸਮਾਂ ਦੇ ਮਾੜੇ ਕੰਮਾਂ ਰਾਹੀਂ ਆਪਣੇ ਚੰਗੇ ਕਰਮਾਂ ਨੂੰ ਮਾੜਾ ਨਾ ਬਣਾਈ। ਕਹਿਣ ਦਾ ਅਰਥ ਇਹ ਹੈ ਕਿ ਜੇ ਤੂੰ ਬੁੱਧੀਮਾਨ ਹੈ, ਜੇ ਤੂੰ ਸੂਝ-ਬੂਝ ਦਾ ਮਾਲਕ ਹੈ, ਤਾਂ ਤੂੰ ਕਿਸੇ ਵੀ ਕਿਸਮ ਦਾ ਕੋਈ ਮਾੜਾ ਕਰਮ ਨਾ ਕਰੀ ਕਿ ਜਿਹੜਾ ਤੇਰੇ ਚੰਗੇ ਕਰਮਾਂ ਦੇ ਉੱਤੇ ਉਸ ਨੂੰ ਕਾਲਖ ਪੋਤ ਦੇਵੇ, ਤੇਰੇ ਚੰਗੇ ਕਰਮਾਂ ਨੂੰ ਵੀ ਖਤਮ ਕਰ ਦੇਵੇ। ਆਪਣੇ ਗਿਆਨ ਦੇ ਹੰਕਾਰ ਵਿੱਚ ਆ ਕੇ ਦੂਜਿਆਂ ਦੀ ਨਿੰਦਿਆ ਨਾ ਕਰ। ਜਦੋਂ ਬੰਦੇ ਦੇ ਵਿੱਚ ਹੰਕਾਰ ਆ ਜਾਂਦਾ, ਜਦੋਂ ਬੰਦੇ ਕੋਲ ਗਿਆਨ ਹੁੰਦਾ ਹੈ ਜਾਂ ਬੰਦੇ ਕੋਲ ਬਹੁਤ ਜ਼ਿਆਦਾ ਪੈਸਾ ਹੁੰਦਾ ਹੈ, ਤਾਂ ਉਹ ਬਹੁਤ ਹੰਕਾਰ ਦੇ ਵਿੱਚ ਆ ਜਾਂਦਾ ਹੈ, ਤਾਂ ਉਸ ਟਾਈਮ ਉਹ ਹੰਕਾਰ ਦੇ ਵਿੱਚ ਆ ਕੇ ਦੂਜਿਆਂ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦਾ ਹੈ। ਪਰ ਇੱਥੇ ਬਾਬਾ ਸ਼ੇਖ ਫਰੀਦ ਜੀ ਕੀ ਸਮਝਾ ਰਹੇ ਨੇ ਕਿ ਕਦੇ ਵੀ ਆਪਣੇ ਗਿਆਨ ਦੇ ਹੰਕਾਰ ਦੇ ਵਿੱਚ ਆ ਕੇ ਦੂਜਿਆਂ ਦੀ ਨਿੰਦਿਆ ਸਾਨੂੰ ਨਹੀਂ ਕਰਨੀ ਚਾਹੀਦੀ। ਸਾਨੂੰ ਆਪਣੇ ਅੰਦਰ ਝਾਂਕ ਕੇ ਦੇਖਣਾ ਚਾਹੀਦਾ ਹੈ, ਆਪਣੇ ਅੰਦਰ ਦੇਖਣਾ ਚਾਹੀਦਾ ਹੈ ਕਿ ਸਾਡੇ ਅੰਦਰ ਕਿੰਨੇ ਗੁਣ ਜਾਂ ਔਗਣ ਭਰੇ ਹੋਏ ਹਨ। ਕਿਸੇ ਨੂੰ ਵੀ ਮਾੜਾ ਕਹਿਣ ਜਾਂ ਕਿਸੇ ਦੀ ਬੁਰਾਈ ਕੱਢਣ ਤੋਂ ਪਹਿਲਾਂ ਆਪਣੀਆਂ ਕਮੀਆਂ ਦੀ ਪੜਚੋਲ ਕਰਨਾ ਬਹੁਤ ਜ਼ਰੂਰੀ ਹੈ। ਤੇਰੇ ਆਪਣੇ ਆਪ ਵਿੱਚ ਹੀ ਔਗਣ ਇੰਨੇ ਹਨ ਤੇ ਤੂੰ ਦੂਸਰਿਆਂ ਦੇ
ਔਗਣ ਨਹੀਂ ਗਿਣਾ ਸਕਦਾ। ਇਸੇ ਵਾਸਤੇ ਫਰੀਦ ਜੀ ਕਹਿੰਦੇ ਹਨ ਕਿ ਸੂਝਵਾਨ ਮਨੁੱਖ ਉਹੀ ਹੁੰਦਾ ਹੈ ਜਿਹੜਾ ਆਪਣੇ ਔਗਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਜਿਆਂ ਦੀ ਨਿੰਦਿਆ ਨਾ ਕਰੇ। ਉਹ ਜਦੋਂ ਆਪਦੇ ਔਗਣਾਂ ਨੂੰ ਧਿਆਨ 'ਚ ਰੱਖੇਗਾ ਤਾਂ ਉਹ ਦੂਜਿਆਂ ਨੂੰ ਕਦੇ ਵੀ ਨਹੀਂ ਕਹੇਗਾ ਕਿ ਤੇਰੇ ਅੰਦਰ ਇਹ ਔਗਣ ਭਰਿਆ ਹੈ, ਤੇਰੇ ਵਿੱਚ ਇਹ ਬੁਰਾਈ ਹੈ, ਕਿਉਂਕਿ ਉਹਨੂੰ ਸਭ ਤੋਂ ਪਹਿਲੇ ਆਪਣੀ ਬੁਰਾਈ ਨਜ਼ਰ ਆਵੇਗੀ। ਦੂਜਾ ਹੈ ਸ਼ੇਖ ਫਰੀਦ ਜੀ ਦਾ ਸ਼ਲੋਕ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਅੱਗੂ ਨੇੜਾ ਆਇਆ ਪਿੱਛੇ ਰਿਹਾ ਦੂਰ। ਇਹਦਾ ਵੀ ਅਸੀਂ ਪ੍ਰਸੰਗ ਇੱਦਾਂ ਹੀ ਲਿਖਾਂਗੇ ਕਿ ਇਹ ਪੰਕਤੀਆਂ ਜਾਂ ਇਹ ਸ਼ਲੋਕ ਬਾਬਾ ਫਰੀਦ ਜੀ ਦੁਆਰਾ ਲਿਖਿਆ ਹੋਇਆ ਹੈ, ਜੋ ਕਿ ਸਾਹਿਤਕ ਕਿਰਨਾਂ ਪਾਠ 1 ਪੁਸਤਕ ਦੇ ਵਿੱਚ ਦਰਜ ਹੈ। ਇਸ ਵਿੱਚ ਵੀ ਫਰੀਦ ਜੀ ਨੇ ਕੀ ਕਿਹਾ ਹੈ ਕਿ ਸੂਝਵਾਨ ਮਨੁੱਖ ਨੂੰ ਉਪਦੇਸ਼ ਦਿੱਤਾ ਹੈ ਕਿ ਤੂੰ ਆਪਣੇ ਗਿਆਨ ਦੀ ਸਹੀ ਵਰਤੋਂ ਕਰ। ਇਸ ਸ਼ਲੋਕ ਵਿੱਚ ਫਰੀਦ ਜੀ ਜੀਵ ਨੂੰ ਸਮਝਾ ਰਹੇ ਹਨ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ। ਉਹ ਸਮਝਾ ਰਹੇ ਹਨ ਕਿ ਕੁਝ ਸਾਹਮਣੇ ਵਾਪਰ ਰਿਹਾ ਹੈ, ਜੋ ਕੁਝ ਵੀ ਚੱਲ ਰਿਹਾ ਹੈ, ਕਹਿਣ ਦਾ ਮਤਲਬ ਤੂੰ ਜਿੰਨੀ ਵੀ ਉਮਰ ਭੁਗਤ ਲਈ ਹੈ, ਉਹਦੇ ਵਿੱਚ ਤੇਰੀ ਦਾੜੀ ਚਿੱਟੀ ਆ ਗਈ ਹੈ। ਦਾੜੀ ਹੋਈ ਭੂਰ, ਭੂਰ ਦਾ ਮਤਲਬ ਚਿੱਟੀ ਹੋ ਗਈ ਹੈ, ਬੁਢਾਪਾ ਆ ਗਿਆ ਹੈ। ਅੱਗੋਂ ਨੇੜਾ ਆਇਆ ਤੇ ਪਿੱਛੇ ਰਿਹਾ ਦੂਰ। ਇਸ ਗੱਲ ਦਾ ਮਤਲਬ ਕੀ ਹੈ ਕਿ ਜੀਵਨ ਦਾ ਇਹ ਪੜਾਅ ਤੇਰਾ ਅੰਤਿਮ ਪੜਾਅ ਹੈ। ਅੰਤਿਮ ਤੇਰਾ ਇਸ ਗੱਲ ਦਾ ਸੰਕੇਤ ਕੀ ਹੈ ਕਿ ਅੱਗੋਂ ਨੇੜਾ ਆਇਆ, ਕਿ ਤੇਰੀ ਜਿਹੜੀ ਮੌਤ ਹੈ ਉਹ ਨਿਸ਼ਚਿਤ ਹੈ, ਤੇਰੀ ਮੌਤ ਦਾ ਸਮਾਂ ਨੇੜਾ ਆ ਗਿਆ ਹੈ। ਅੱਗੋਂ ਨੇੜਾ ਆਇਆ ਪਿੱਛੇ ਰਿਹਾ ਦੂਰ, ਇਸ ਤੋਂ ਅੱਗੇ ਮੌਤ ਨਿਸ਼ਚਿਤ ਹੈ ਕਿ ਤੇਰੇ ਤੇ ਬੁਢਾਪਾ ਆ ਗਿਆ ਹੈ, ਇਸ ਲਈ ਮੌਤ ਦਾ ਸਮਾਂ ਤੇਰੇ ਨੇੜੇ ਆ ਰਿਹਾ ਹੈ। ਤੇ ਹੁਣ ਤੂੰ ਆਪਦੇ ਜੀਵਨ ਨੂੰ ਪਰਮਾਤਮਾ ਦੀ ਯਾਦ ਦੇ ਵਿੱਚ ਲਗਾ। ਤੈਨੂੰ ਇੱਧਰ ਉੱਧਰ ਦੀਆਂ ਗੱਲਾਂ, ਇੱਧਰ ਉੱਧਰ ਦੇ ਹੰਕਾਰ ਦੇ ਵਿੱਚ ਨਹੀਂ ਭਟਕਣਾ ਚਾਹੀਦਾ। ਤੈਨੂੰ ਅੱਲਾ ਦੀ ਯਾਦ ਦੇ ਵਿੱਚ ਆਪਦੇ ਜੀਵਨ ਨੂੰ ਬਿਤਾਉਣਾ ਚਾਹੀਦਾ ਹੈ। ਅਰਥ ਇਹ ਹੈ ਕਿ ਉਹ ਜਿਹੜਾ ਸਮਾਂ ਬੀਤ ਗਿਆ ਹੈ, ਹੁਣ ਬੁਢਾਪਾ ਆ ਗਿਆ ਹੈ, ਇਹ ਦੁਬਾਰਾ ਬਚਪਨ ਕਦੇ ਮੁੜ ਕੇ ਨਹੀਂ ਆਊਗਾ, ਜਵਾਨੀ ਕਦੇ ਮੁੜ ਕੇ ਨਹੀਂ ਆਏਗੀ। ਇਸ ਲਈ ਜੀਵ ਨੂੰ ਹੁਣ ਵੀ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਜੋ ਤੇਰਾ ਸਮਾਂ ਬੀਤ ਗਿਆ, ਪਰ ਜੋ ਤੇਰਾ ਬਚਿਆ ਹੈ ਉਸ ਨੂੰ ਪਰਮਾਤਮਾ ਦੀ ਯਾਦ ਦੇ ਵਿੱਚ, ਉਸ ਦੀ ਬੰਦਗੀ ਵਿੱਚ ਲਾ ਦੇਵੇ। ਤੀਜਾ ਇਹਦਾ ਸਟੈਂਜਾ ਹੈ, ਫਰੀਦਾ ਜੰਗਲ ਜੰਗਲ ਕੀਆ ਭਵੇ ਵਨ ਕੰਡਾ ਮੋੜ, ਵਸੀ ਰੱਬ ਹਿਆਲੀਏ ਜੰਗਲ ਕੀਆ ਢੂੰਢੇ। ਇਹਦਾ ਪ੍ਰਸੰਗ ਸੇਮ ਹੀ ਰਹੇਗਾ। ਫਰੀਦਾ ਜੰਗਲ ਜੰਗਲ ਕੀਆ ਭਵੇ ਵਨ ਕੰਡਾ ਮੋੜਿਆ, ਵਸੀ ਰੱਬ ਹਿਆਲੀਏ ਜੰਗਲ ਕੀਆ ਢੂੰਢੇ। ਫਰੀਦ ਜੀ ਆਖਦੇ ਹਨ ਕਿ ਜਿਹੜਾ ਮਨੁੱਖ ਹੈ ਉਹ ਰੱਬ ਦੀ ਪ੍ਰਾਪਤੀ ਲਈ ਜੰਗਲਾਂ ਜੰਗਲਾਂ ਦੇ ਵਿੱਚ ਘੁੰਮ ਰਿਹਾ ਹੈ, ਖਾਲੀ ਭਟਕ ਰਿਹਾ ਹੈ। ਉਹ ਜੀਵ ਅਗਿਆਨੀ ਹੈ। ਕਿਉਂਕਿ ਉਹ ਰੱਬ ਦੀ ਪ੍ਰਾਪਤੀ ਲਈ ਇੱਧਰ ਉੱਧਰ ਜੰਗਲਾਂ ਦੇ ਵਿੱਚ ਭਟਕ ਰਿਹਾ ਹੈ। ਕਿਉਂ? ਜੰਗਲਾਂ ਦੇ ਕੰਢੇ ਆਪਣੇ ਪੈਰਾਂ ਦੇ ਵਿੱਚ ਲਤਾੜ ਰਿਹਾ ਹੈ। ਭਵਯੇ ਵਨ ਕੰਡਾ ਮੋੜ, ਆਪਦੇ ਪੈਰਾਂ ਦੇ ਵਿੱਚ ਕੰਡੇ ਚੁਭੋ ਰਿਹਾ ਹੈ, ਜਿਸ ਨਾਲ ਉਸਦੇ ਸਰੀਰ ਨੂੰ ਤੇ ਮਨ ਨੂੰ ਕਸ਼ਟ ਮਿਲਦਾ ਹੈ। ਰੱਬ ਦੀ ਪ੍ਰਾਪਤੀ ਉਹਨੂੰ ਫਿਰ ਵੀ ਨਹੀਂ ਹੁੰਦੀ। ਵਸੀ ਰੱਬ ਹਿਆਲੀਏ ਜੰਗਲ ਕੀਆ ਢੂੰਢੇ, ਰੱਬ ਤਾਂ ਤੇਰੇ ਹਿਰਦੇ ਵਿੱਚ ਵਸਦਾ ਹੈ। ਹਿਆਲੀਏ ਦਾ ਮਤਲਬ ਤੇਰੇ ਦਿਲ ਦੇ ਵਿੱਚ ਹੈ, ਤੇਰੇ ਮਨ ਦੇ ਵਿੱਚ ਹੈ ਰੱਬ ਤਾਂ, ਤੇ ਤੂੰ ਜੰਗਲਾਂ ਦੇ ਵਿੱਚ ਲੱਭ ਰਿਹਾ ਹੈ। ਉਸ ਦਾ ਵਾਸ ਤਾਂ ਹਰ ਇੱਕ ਜੀਵ ਦੇ ਹਿਰਦੇ ਵਿੱਚ ਹੈ। ਉਹ ਪਰਮਾਤਮਾ ਸ੍ਰਿਸ਼ਟੀ ਦੇ ਕਣ ਕਣ ਵਿੱਚ ਹੈ, ਪਰ ਜਿਹੜਾ ਮੂਰਖ ਇਨਸਾਨ ਹੈ ਉਹ ਉਸ ਨੂੰ ਜੰਗਲਾਂ ਵਿੱਚ ਲੱਭਣ ਦਾ ਯਤਨ ਕਰ ਰਿਹਾ ਹੈ। ਪਰ ਉਸ ਨੂੰ ਇਹ ਨਹੀਂ ਪਤਾ, ਉਹ ਅਗਿਆਨੀ ਹੈ ਕਿ ਜੰਗਲਾਂ ਵਿੱਚੋਂ ਲੱਭਣ ਦਾ ਕੋਈ ਲਾਭ ਨਹੀਂ, ਪਰਮਾਤਮਾ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਢੇ, ਕਿ ਜੰਗਲ ਵਿੱਚੋਂ ਤੂੰ ਕਿਉਂ ਲੱਭਦਾ ਫਿਰ ਰਿਹਾ ਹੈ। ਪਰਮਾਤਮਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਲੋੜ ਹੈ ਤਾਂ ਉਸ ਨੂੰ ਪਛਾਣਨ ਦੀ, ਨਾ ਕਿ ਉਸ ਨੂੰ ਲੱਭਣ ਦੀ। ਪਛਾਣਨ ਦਾ ਮਤਲਬ ਕਿ ਹਰ ਇੱਕ ਇਨਸਾਨ ਦੇ ਅੰਦਰ ਰੱਬ ਹੈ, ਤਾਂ ਜੇ ਸਾਡੇ ਅੰਦਰ ਰੱਬ ਹੈ ਤਾਂ ਅਸੀਂ ਜੰਗਲਾਂ ਵਿੱਚ ਕਿਉਂ ਘੁੰਮ ਰਹੇ ਹਾਂ। ਫਰੀਦ ਜੀ ਦਾ ਅਗਲਾ ਜਿਹੜਾ ਸ਼ਲੋਕ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਤੇ ਬਹੁਤ ਜ਼ਿਆਦਾ ਆਮ ਬੋਲੀ ਵਿੱਚ ਬੋਲਿਆ ਜਾਂਦਾ ਹੈ ਇਹ ਵਾਲਾ ਸ਼ਲੋਕ। ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀ,
फरीदा देख पराई चौपड़ी ना तरसाए जी। रुखी सुखी खाए के ठंडा पानी पी। इस श्लोक विच फरीद जी मनुख नूं समझा रहे हैं कि जे कोर तेरे कोल रुखी सुखी है, जे तेरे कोल सादा भोजन है, तां तू उस नूं खा के परमात्मा दा शुक्रगुजार कर। जिवें दी तेरे कोल रोटी है उदां दी खा के तू परमात्मा दा शुक्र करना चाहिदा है तैनूं। इहदा कहण दा अर्थ ये है कि सबर संतोख होना चाहिदा है, क्योंकि जे असी अज साडे कोल साइकिल है तां असी स्कूटर दी चाह रखदे हां, बाइक दी चाह रखने हां कि साडे कोल बाइक हो जे। लेकिन जे साडे कोल बाइक है तां असी कार दी चाह रखदे हां। इस तरीके नाल साडा जिहड़ा सबर संतोख है वो होना चाहिदा है, पर इंसान नूं सबर संतोख नहीं है। तो फरीद जी ने आपदे श्लोक नाल ये समझाने की कोशिश की है कि रुखी सुखी खाए के ठंडा पानी पी, फरीदा देख पराई चौपड़ी ना तरसा जी। किसी दूजे दी चौपड़ी हुई रोटी नूं देख के कहण दा मतलब दूजियां दियां समान नूं देख के आपदे सबर संतोख सहनशीलता की भावना नूं खत्म नहीं कर लेना चाहिए। दूजियां दी पराई चौपड़ी देख के आपदे जी नूं नहीं तरसाउणा चाहिए। तेरे कोल जिवें दी है उवें दी खा के तू परमात्मा दा शुक्रगुजार कर कि मैनू रब ने इन्नी तां दित्ती है। क्योंकि जे असी जिन्ना ज़्यादा असी अंदरों भटकांगे कि साडे कोल आ चीज़ नहीं है, आ चीज़ नहीं है, असी उन्ने ज़्यादा ही भटकदे ही रवांगे, साडे च अंदर सबर नहीं आएगा। दूजियां बेगानियां दी चौपड़ियां रोटियां वेख के अपने मन नूं असी दुखी करांगे, क्योंकि साडे अंदर ईर्खा आएगी। तो जे असी आपदे अंदर सबर संतोख रखांगे, सहनशीलता की भावना रखांगे, तो साडे अंदर ईर्खा नहीं आएगी। इस श्लोक का यही मतलब है कि मनुख नूं समझा रहे हैं, रुखी सुखी खाए के ठंडा पानी पी, फरीदा देख पराई चौपड़ी ना तरसाए जी। बेटे अगला जिहड़ा इहदा श्लोक है वो है बिरहा बिरहा आखिए बिरहा तू सुल्तान, फरीदा जितन बिरहा ना उपजे, सो तन मान मसान। फरीद जी फरमाउंदे हैं कि बिरहा बिरहा की हुंदा है विछोड़ा, वियोग। विछोड़े नूं अक्सर निंदिया जाता है, अक्सर किया जाता है कि जिहड़ा विछोड़ा है वो गलत है, वो ठीक नहीं है। परंतु इत्थे जिहड़े फरीद जी ने वो विछोड़े नूं सुल्तान कह रहे हैं, उन्होंने महान कह रहे हैं। उन्होंने कह रहे हैं कि विछोड़ा बहुत चंगी चीज़ है। क्यों? क्योंकि वो अपनिਆਂ नालों विछोड़ा असह तां हुंदा है, विछोड़े विच अपनिਆਂ नाल मिलाप दी तांग भी वध जाती है। जिन्ना ज़्यादा साडे अंदर विछोड़ा दी तांग वधेगी, उन्ना जल्दी साडे असी प्रीतम प्यारे नूं याद करना ते उसके विछोड़े विच केवल उसके मिलाप लई बेचैन रहना। ये अवस्था उसके मिलाप नालों घट नहीं हुंदी, बल्कि विशेष हुंदी है। बिरहा बिरहा आखिए बिरहा तू सुल्तान, कि असी बार बार कहने हाँ कि वियोग चंगा नहीं, वियोग नूं माड़ा कहने हाँ, बिरहा नूं माड़ा कहते हाँ, पर फरीद जी कहते हैं कि बिरहा की है महान है। क्योंकि जिन्ना ज़्यादा असी विछोड़े च रहने हाँ, उन्नी ज़्यादा सानू अपने नाल मिलाप की तांग साडे अंदर वधदी है। इसलिए बिरहा सुल्तान है, महान है। जिस व्यक्ति नूं बिरहा नहीं नसीब हुंदा, उसका शरीर मड़ियां समान भाव मरदे वांग है। फरीदा जित तन बिरहू ना उपजे, सो तन जान मसान। मसान का मतलब हुंदा है मुर्दियां वांग। तन मीनस शरीर। फरीदा जित तन बिरहा ना उपजे। फरीद जी कहते हैं कि जेड़े इंसान दे अंदर बिरहा दी बीज नहीं उपजदा, जेड़े इंसान दे अंदर बिरहा पैदा नहीं हुंदा, उसका शरीर मुर्दे वांग है, मड़ियां समान है उसका शरीर। हाँ जी बच्चे, अगला असी पैरा करांगे। फरीदा चार गवाया हंड को चार गवाया सम, लेखा रब मंगेसिया तू आहो केरे कम। बहुत ईजी स्टैंजा है। फरीदा चार गवाया हंड को चार गवाया सम, लेखा रब मंगेसिया तू आहो केरे कम।
ਫਰੀਦ ਜੀ ਕਹਿੰਦੇ ਹਨ ਕਿ ਮਨੁੱਖ ਦੁਨੀਆ ਦੇ ਵਿੱਚ ਆ ਕੇ ਆਪਦੇ ਕੰਮਾਂ ਦੇ ਵਿੱਚ ਉਲਝ ਜਾਂਦਾ ਹੈ, ਦੁਨਿਆਵੀ ਮੋਹ ਦੇ ਵਿੱਚ ਉਲਝ ਜਾਂਦਾ ਹੈ ਕਿ ਮੇਰਾ ਇਹ ਕੰਮ ਪਿਆ ਹੈ, ਮੈਂ ਇਹ ਵਾਲਾ ਕੰਮ ਕਰਨਾ ਹੈ, ਮੈਂ ਮੇਰੇ ਬੱਚਿਆਂ ਨੂੰ ਵਿਆਹਣਾ ਹੈ, ਉਹਨਾਂ ਨੂੰ ਕੰਮ 'ਤੇ ਲਾਉਣਾ ਹੈ। ਇੱਦਾਂ ਕਰਕੇ ਅਸੀਂ ਦੁਨਿਆਵੀ ਮੋਹ ਦੇ ਵਿੱਚ ਫਸ ਜਾਂਦੇ ਹਾਂ। ਭਾਵ ਦਿਨ ਦੇ 4 ਪਹਿਰ 4 ਗਵਾਇਆ ਹੰਡ, ਦਿਨ ਦੇ 4 ਪਹਿਰ ਤਾਂ ਅਸੀਂ ਦੁਨਿਆਵੀ ਮੋਹ ਪਿੱਛੇ, ਦੁਨਿਆਵੀ ਪਦਾਰਥਾਂ ਪਿੱਛੇ ਦੌੜ ਭੱਜ ਕੇ ਗਵਾ ਦਿੱਤੇ। 4 ਗਵਾਇਆ ਸਮ, ਅਤੇ 4 ਪਹਿਰ ਅਸੀਂ ਸੌਂ ਕੇ ਗਵਾ ਦਿੱਤੇ। ਤੁਸੀਂ ਇਹ ਦੇਖੋ ਕਿ 12 ਘੰਟੇ ਅਸੀਂ ਸਾਰਾ ਦਿਨ ਭੱਜਦੇ ਰਹਿੰਦੇ ਹਾਂ, ਇੱਧਰ ਉੱਧਰ ਆਹ ਚੀਜ਼ ਲੈਣੀ ਹੈ, ਉਹ ਚੀਜ਼ ਕਰਨੀ ਹੈ, ਆਹ ਕੰਮ ਕਰਨਾ ਹੈ, ਰੋਟੀ ਪਕਾਉਣੀ, ਇਹ ਕੰਮ ਕਰਨੇ ਹੈ, ਅਤੇ 4 ਗਵਾਇਆ ਸਮ, ਅਤੇ ਅਸੀਂ 4 ਜਿਹੜੇ ਹੈ ਕਿ 4 ਪਹਿਰ ਸੋ ਕੇ ਅਸੀਂ ਗੁਜ਼ਾਰ ਦਿੰਦੇ ਹਾਂ। ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ, ਜਦੋਂ ਰੱਬ ਸਾਡੇ ਤੋਂ ਲੇਖਾ ਮੰਗੇਗਾ ਕਿ ਤੂੰ ਦੁਨੀਆ ਦੇ ਵਿੱਚ ਜਾ ਕੇ ਕੀਤਾ ਕੀ, ਉਸ ਟਾਈਮ 'ਤੇ ਸਾਡੇ ਕੋਲ ਕੁਛ ਵੀ ਹੱਥ 'ਚ ਨਹੀਂ ਹੋਣਾ। ਤੂੰ ਕਿਹੜੇ ਕੰਮ ਲੱਗਿਆ ਰਿਹਾ, ਤੇਰੇ ਹੱਥ ਵਿੱਚ ਕੀ ਸੀਗਾ। ਪਰ ਉਸ ਨੂੰ ਇਹ ਪਤਾ ਨਹੀਂ ਕਿ ਜਦੋਂ ਉਹ ਪਰਮਾਤਮਾ ਦੀ ਧੁਰਤਰਗਾਹ ਵਿੱਚ ਜਾਏਗਾ ਤਾਂ ਉਸ ਤੋਂ ਉਸ ਦੁਆਰਾ ਉਸ ਦੇ ਕੀਤੇ ਹੋਏ ਕੰਮਾਂ ਦਾ ਹਿਸਾਬ ਮੰਗਣਾ ਹੈ। ਇਹ ਵੀ ਜਾਣਨਾ ਹੈ ਕਿ ਉਸ ਨੂੰ ਦੁਨੀਆ ਵਿੱਚ ਕਿਹੜੇ ਕੰਮਾਂ ਲਈ ਭੇਜਿਆ ਗਿਆ ਹੈ, ਉਹ ਕਿਹੜੇ ਕੰਮ ਕਰਦਾ ਰਿਹਾ ਹੈ। ਭਾਵ ਕਿ ਪਰਮਾਤਮਾ ਨੇ ਜੀਵ ਨੂੰ ਦੁਨੀਆ ਵਿੱਚ ਚੰਗੇ ਕਰਮ ਕਰਨ ਲਈ ਬੁਲਾਇਆ ਹੈ, ਪਰੰਤੂ ਇਨਸਾਨ ਕੀ ਹੈ, ਇਨਸਾਨ 4 ਪਹਿਰ ਤਾਂ ਕੰਮ ਕਰ ਕਰਕੇ ਗਵਾ ਦਿੱਤੇ ਅਤੇ 4 ਪਹਿਰ ਆਪਦੇ ਸੌਂ ਕੇ ਗਵਾ ਦਿੱਤੇ, ਜਿਸ ਕਰਕੇ ਉਸਨੇ ਦੁਨੀਆ ਨਾਲ ਝੂਠੀ ਪ੍ਰੀਤ ਪਾਈ, ਝੂਠਾ ਮੋਹ ਪਾਇਆ। ਹਾਂਜੀ ਬੱਚੇ, ਮੇਰਾ ਅਗਲਾ ਪੈਰਾ ਹੈ, ਬੁੱਢਾ ਹੋਇਆ ਸ਼ੇਖ ਫਰੀਦ ਕੰਬਨ ਲੱਗੀ ਦੇ, 100 ਵਰਿਆ ਜੀਵਨਾ ਬੀਤਨ ਹੋਸੀ ਖੇ। ਬੁੱਢਾ ਹੋਇਆ ਸ਼ੇਖ ਫਰੀਦ, ਫਰੀਦ ਜੀ ਕਹਿੰਦੇ ਹਨ ਕਿ ਜਦੋਂ ਮਨੁੱਖ ਬੁੱਢਾ ਹੋ ਜਾਂਦਾ ਹੈ, ਜਦੋਂ ਮਨੁੱਖ ਬਜ਼ੁਰਗ ਹੋ ਜਾਂਦਾ ਹੈ ਤਾਂ ਉਸ ਦੀ ਦੇਹ ਮਤਲਬ ਉਸ ਦਾ ਸਰੀਰ ਕੰਬਣ ਲੱਗ ਜਾਂਦਾ ਹੈ। 100 ਵਰਿਆਂ ਜੀਵਨਾ ਬੀਤਨ ਹੋਸੀ ਖੇ। ਜਦੋਂ ਬਜ਼ੁਰਗ ਹੋ ਜਾਂਦਾ ਹੈ ਤਾਂ ਉਸ ਦਾ ਸਰੀਰ ਪਹਿਲੀ ਵਾਰੀ ਤਰ੍ਹਾਂ ਜਵਾਨ ਅਤੇ ਤਾਕਤਵਰ ਨਹੀਂ ਰਹਿੰਦਾ। ਜਿਉਂ-ਜਿਉਂ ਉਸ ਦੀ ਉਮਰ ਵੱਧਦੀ ਜਾਂਦੀ ਹੈ ਉਸ ਦਾ ਸਰੀਰ ਢਲਦਾ ਹੀ ਜਾਂਦਾ ਹੈ, ਕਿਉਂਕਿ ਅਖੀਰ ਉਸਨੇ ਮਿੱਟੀ ਹੋ ਜਾਣਾ ਹੈ। ਭਾਵੇਂ ਕਈ 100 ਸਾਲ ਉਹ ਜੀ ਲਵੇ, ਫਿਰ ਵੀ ਉਸ ਦੀ ਜਿਹੜਾ ਤਨ ਹੈ, ਉਸ ਦਾ ਜਿਹੜੇ ਸਰੀਰ ਹੈ, ਉਸ ਨੂੰ ਅਸੀਂ ਮਿੱਟੀ ਦੇ ਵਿੱਚ ਹੀ ਮਿਲਾ ਦੇਣਾ ਹੈ, ਮਿੱਟੀ ਹੀ ਹੋ ਜਾਣਾ ਹੈ, ਕਿਉਂਕਿ ਇੱਥੇ ਕਦੇ ਵੀ ਕੋਈ ਸਦਾ ਸਥਿਰ ਟਿਕਿਆ ਨਹੀਂ ਰਹਿੰਦਾ। ਕਹਿਣ ਦਾ ਮਤਲਬ, ਇਹਦਾ ਅਰਥ ਕੀ ਹੈ ਕਿ ਭਾਵ ਜਿਹੜੀ ਮੌਤ ਹੈ ਉਹ ਸੱਚ ਹੈ, ਸਰੀਰ ਨਾਸ਼ਵਾਨ ਹੈ, ਮੌਤ ਸੱਚ ਹੈ। ਹਮੇਸ਼ਾ ਇਸ ਨੂੰ ਯਾਦ ਰੱਖੋ ਅਤੇ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ। ਇਹ ਨਹੀਂ ਕਿ ਇਹ ਸੋਚ ਕੇ ਬੈਠ ਜਾਓ ਕਿ ਮੈਂ ਤਾਂ ਮਰਨਾ ਹੀ ਨਹੀਂ ਹੈ, ਇਹ ਚੀਜ਼ ਗਲਤ ਹੈ। ਬੁੱਢਾ ਹੋਇਆ ਸ਼ੇਖ ਫਰੀਦ ਕੰਬਨ ਲੱਗੀ ਦੇ, 100 ਵਰਿਆ ਜੀਵਨਾ ਪੀਤਨ ਹੋਸੀ ਖੇ। ਜੇ ਤੂੰ 100 ਵਰੇ ਵੀ ਜੀ ਗਿਆ ਪਰ ਫਿਰ ਵੀ ਤੇਰੇ ਜਿਹੜਾ ਸਰੀਰ ਹੈ ਉਹ ਖੇ ਹੀ ਹੋ ਜਾਣੀ ਹੈ, ਮਿੱਟੀ ਹੀ ਹੋ ਜਾਣੀ ਹੈ, ਇਸ ਲਈ ਤੇਰਾ ਸਰੀਰ ਨਾਸ਼ਵਾਨ ਹੈ। ਇਸ ਗੱਲ ਨੂੰ ਇਨਸਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਹਾਂਜੀ ਬੱਚੇ, ਅੱਜ ਸਾਡੀ ਪੋਇਮ ਪੂਰੀ ਹੋ ਗਈ ਹੈ। ਇੱਕ ਪੋਇਮ ਪਹਿਲੀ, ਫਰੀਦਾ ਜੇ ਤੂੰ ਅਕਲ ਲਤੀਫ, ਬਾਬਾ ਸ਼ੇਖ ਫਰੀਦ ਦੁਆਰਾ ਲਿਖੀ ਹੋਈ। ਤੁਸੀਂ ਆਪਦੀਆਂ ਨੋਟਬੁੱਕ 'ਤੇ ਪੰਜਾਬੀ ਦੀ ਜਿਹੜੀ ਨੋਟਬੁੱਕ ਨया ਰਜਿਸਟਰ ਲਗਾਓਗੇ, ਉਸ ਦੇ ਉੱਪਰ ਤੁਸੀਂ ਲੈਸਨ ਦੇ ਐਂਡ ਦੇ ਵਿੱਚ ਇੱਕ ਟਿੱਪਣੀ ਦਿੱਤੀ ਹੋਈ ਹੈ। ਟਿੱਪਣੀ ਦਾ ਮਤਲਬ ਜਿੰਨੇ ਵੀ ਸਾਰ ਹੈ ਇਸ ਦਾ ਉਹ ਛੋਟਾ ਕਰਕੇ ਉਹਨੂੰ ਦੇ ਰੱਖਿਆ ਹੈ। 4-5 ਲਾਈਨ ਵਿੱਚ ਤੁਸੀਂ ਉਹ ਲਿਖੋਗੇ ਅਤੇ ਉਸ ਦੇ ਨੀਚੇ ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ ਹੈ 5-6, ਉਹ ਲਿਖੋਗੇ। ਇਸ ਨੂੰ ਆਪਦੀ ਕਾਪੀ ਦੇ ਉੱਪਰ ਨਾਲ ਬਣਾਉਂਦੇ ਜਾਓਗੇ, ਕਾਪੀ ਨੂੰ ਤਿਆਰ ਕਰਦੇ ਜਾਓਗੇ, ਤਾਂ ਕਿ ਜਦੋਂ ਵੀ ਫਿਰ ਮੈਂ ਇਸ ਨੂੰ ਤੁਹਾਨੂੰ ਮਿਲਾਂ ਆਪਣੇ ਸਕੂਲ ਖੁੱਲ੍ਹਣ ਤਾਂ ਮੈਂ ਇਹਨਾਂ ਕਾਪੀਜ਼ ਦੀ ਕਰੈਕਸ਼ਨ ਈਜ਼ੀਲੀ ਕਰ ਸਕਾਂ। ਅਤੇ ਬੱਚੇ ਪੋਇਮ ਨੂੰ ਧਿਆਨ ਨਾਲ ਪੜ੍ਹਿਓ, ਵਾਰ-ਵਾਰ ਪੜ੍ਹਿਓ। ਜੇ ਫਿਰ ਵੀ ਸਮਝ ਨਾ ਆਵੇ ਤਾਂ ਮੈਨੂੰ WhatsApp 'ਤੇ ਮੈਸੇਜ ਕਰ ਸਕਦੇ ਹੋ ਕਿ ਇਸ ਦਾ ਅਰਥ ਕੀ ਹੈ। ਮੈਂ ਤੁਹਾਨੂੰ ਕਲੀਅਰ ਕੱਟ ਇਸ ਨੂੰ ਚੰਗੀ ਤਰ੍ਹਾਂ ਹੋਰ ਸਮਝਾ ਦੇਵਾਂਗੀ। ਧੰਨਵਾਦ।